ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣੇ YouTube ਚੈਨਲ ਉੱਤੇ ਸਵਾਗਤ ਹੈ। ਆਸ ਕਰਦਾ ਹਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਅਸੀਂ ਜਿਸ ਮਹਾਨ ਗਦਰੀ ਯੋਧੇ ਦੇ ਜੀਵਨ ਬਾਰੇ ਜਾਣਨ ਜਾ ਰਹੇ ਹਾਂ, ਉਹਨਾਂ ਦਾ ਨਾਮ ਸ਼ਹੀਦ ਭਾਈ ਜਗਤ ਸਿੰਘ ਸੁਰ ਸਿੰਘ ਹੈ। ਇਹਨਾਂ ਦਾ ਜਨਮ 1883 ਈਸਵੀ ਨੂੰ ਜ਼ਿਲ੍ਹਾ ਲਾਹੌਰ ਦੇ ਪਿੰਡ ਸੁਰ ਸਿੰਘ ਵਿੱਚ ਹੋਇਆ। ਇਹ ਪਿੰਡ ਹੁਣ ਤਰਨਤਾਰਨ ਜ਼ਿਲ੍ਹੇ ਵਿੱਚ ਆਉਂਦਾ ਹੈ। ਇਸ ਪਿੰਡ ਨੇ ਗਦਰ ਲਹਿਰ ਨੂੰ 40 ਦੇ ਲਗਭਗ ਦੇਸ਼ ਭਗਤ ਦਿੱਤੇ ਹਨ। ਗਰੀਬੀ ਕਾਰਨ ਭਾਈ ਜਗਤ ਸਿੰਘ ਪੜ੍ਹ ਨਾ ਸਕੇ। ਜਦੋਂ ਥੋੜ੍ਹਾ ਜਿਹਾ ਹੁਸ਼ਿਆਰ ਹੋਏ ਤਾਂ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਵਟਾਉਣ ਲੱਗੇ। ਫਿਰ 20 ਸਾਲ ਦੀ ਉਮਰ ਵਿੱਚ ਅੰਗਰੇਜ਼ਾਂ ਦੀ ਘੋੜਸਵਾਰ ਫੌਜ ਵਿੱਚ ਭਰਤੀ ਹੋ ਗਏ। ਭਾਈ ਜਗਤ ਸਿੰਘ 22ਵੀਂ ਕਾਵੈਲਰੀ ਰੈਜੀਮੈਂਟ ਵਿੱਚ ਰਹੇ। ਕੁਝ ਸਮਾਂ ਫੌਜ ਦੀ ਨੌਕਰੀ ਕਰਨ ਤੋਂ ਬਾਅਦ ਵਿੱਚ ਅਸਤੀਫਾ ਦੇ ਕੇ ਚੀਨ ਚਲੇ ਗਏ। ਉੱਥੇ ਸ਼ੰਘਾਈ ਵਿੱਚ ਇਹਨਾਂ ਨੇ ਦਰਬਾਨ ਦੀ ਨੌਕਰੀ ਕੀਤੀ। ਫਿਰ ਇਹਨਾਂ ਨੂੰ ਪਤਾ ਲੱਗਾ ਕਿ ਕੈਨੇਡਾ ਅਮਰੀਕਾ ਵਿੱਚ ਬਹੁਤ ਕਮਾਈ ਹੈ। ਇਹਨਾਂ ਨੇ ਚੀਨ ਦੀ ਨੌਕਰੀ ਛੱਡ ਦਿੱਤੀ ਅਤੇ ਜਹਾਜ਼ ਫੜ ਕੇ ਵੈਨਕੂਵਰ ਚਲੇ ਗਏ। ਇੱਥੇ ਆਪ ਨਿਊ ਵੈਸਟਮਿਨਿਸਟਰ ਦੀ ਮਿਲ ਸਾਈਡ ਵਿੱਚ ਨੌਕਰੀ ਕਰਨ ਲੱਗੇ। ਇੱਥੇ ਕੈਨੇਡਾ ਵਿੱਚ ਹਿੰਦੁਸਤਾਨੀਆਂ ਨਾਲ ਆਮ ਗੋਰਿਆਂ ਵੱਲੋਂ ਹੋ ਰਹੇ ਨਸਲੀ ਭੇਦਭਾਵ ਕਾਰਨ ਅਤੇ ਸਰਕਾਰ ਵੱਲੋਂ ਇਮੀਗ੍ਰੇਸ਼ਨ ਦੇ ਮਾਮਲਿਆਂ ਵਿੱਚ ਕੀਤੇ ਜਾਂਦੇ ਵਿਤਕਰਿਆਂ ਕਾਰਨ ਆਪ ਬੜੇ ਦੁਖੀ ਹੁੰਦੇ ਸਨ। ਚੀਨੀਆਂ ਅਤੇ ਜਾਪਾਨੀਆਂ ਨਾਲ ਜਦੋਂ ਕੋਈ ਧੱਕਾ ਹੁੰਦਾ ਸੀ ਤਾਂ ਉਹਨਾਂ ਦੀਆਂ ਸਰਕਾਰਾਂ ਉਹਨਾਂ ਦੀ ਪਿੱਠ 'ਤੇ ਆ ਖੜ੍ਹਦੀਆਂ ਸਨ, ਪਰ ਹਿੰਦੁਸਤਾਨੀਆਂ ਦੀ ਬਾਤ ਪੁੱਛਣ ਵਾਲਾ ਕੋਈ ਨਹੀਂ ਸੀ। ਭਾਈ ਜਗਤ ਸਿੰਘ ਨੂੰ ਗੁਲਾਮੀ ਦਾ ਅਹਿਸਾਸ ਹੋਇਆ ਤਾਂ ਇਹ ਮਹਿਸੂਸ ਕਰਨ ਲੱਗੇ ਕਿ ਆਜ਼ਾਦੀ ਤੋਂ ਬਿਨਾਂ ਹਿੰਦੁਸਤਾਨੀ ਵਾਸੀ ਇੱਜ਼ਤ ਮਾਣ ਦੀ ਜ਼ਿੰਦਗੀ ਨਹੀਂ ਜੀ ਸਕਦੇ। ਇੱਥੇ ਆਪ ਭਾਈ ਭਾਗ ਸਿੰਘ ਅਤੇ ਭਾਈ ਬਲਵੰਤ ਸਿੰਘ ਵਰਗੇ ਕਮਿਊਨਿਟੀ ਦੇ ਲੀਡਰਾਂ ਨਾਲ ਰਲ ਕੇ ਵਸੇਵੇਂ ਦੇ ਹੱਕਾਂ ਲਈ ਅਤੇ ਦੇਸ਼ ਦੀ ਆਜ਼ਾਦੀ ਲਈ ਸਰਗਰਮੀਆਂ ਕਰਨ ਲੱਗੇ। ਅੰਗਰੇਜ਼ ਸਰਕਾਰ ਦੇ ਟਾਊਟ ਅਤੇ ਮੁਖਬਰ ਹਿੰਦੁਸਤਾਨੀ ਦੇਸ਼ ਭਗਤ ਧੜੇ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਸਨ। ਕਾਮਾਗਾਟਾ ਮਾਰੂ ਘਟਨਾ ਵੇਲੇ ਕੈਨੇਡਾ ਦੇ ਦੇਸ਼ ਭਗਤ ਧੜੇ ਨੇ ਉਸ ਵਕਤ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਿਰਾਂ ਨੂੰ ਕੈਨੇਡਾ ਵਿੱਚ ਉਤਾਰਨ ਲਈ ਯਤਨਾਂ ਕਰਨ ਵਿੱਚ ਮਸ਼ਰੂਫ ਸਨ ਅਤੇ ਗੱਦਾਰਾਂ ਨੇ ਉਸ ਵਕਤ ਹੋਰ ਅੱਤ ਚੁੱਕ ਦਿੱਤੀ। ਇੱਕ ਗੱਦਾਰ ਹਾਕਮ ਸਿੰਘ ਅਚਰਵਾਲ ਨੇ 18 ਜੁਲਾਈ 1914 ਨੂੰ ਦੇਸ਼ ਭਗਤ ਧੜੇ ਦੇ ਹਰਮਨ ਪਿਆਰੇ ਲੀਡਰ ਹੁਸੈਨ ਰਹੀਮ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਪਰ ਰਹੀਮ ਦਾ ਬਹੁਤ ਬਚਾਅ ਹੋ ਗਿਆ ਸੀ। ਅਗਸਤ 1914 ਵਿੱਚ ਪਹਿਲਾ ਸੰਸਾਰ ਯੁੱਧ ਸ਼ੁਰੂ ਹੋਣ ਕਰਕੇ ਗਦਰ ਪਾਰਟੀ ਨੇ ਵੀ ਇਸ ਮੌਕੇ ਆਪਣੇ ਸਾਰੇ ਮੈਂਬਰਾਂ ਨੂੰ ਦੇਸ਼ ਭਗਤ ਜਾ ਕੇ ਗਦਰ ਮਚਾਉਣ ਦਾ ਸੱਦਾ ਦੇ ਦਿੱਤਾ। ਵੈਨਕੂਵਰ ਦੇ ਗਦਰੀਆਂ ਦੀਆਂ ਸਰਗਰਮੀਆਂ ਨੂੰ ਤਾਰ-ਪੀੜੋ ਕਰਨ ਲਈ ਅਤੇ ਸੰਘਰਸ਼ ਨੂੰ ਮੱਧਮ ਅਤੇ ਕਮਜ਼ੋਰ ਕਰਨ ਲਈ ਸਰਕਾਰ ਪ੍ਰਸਤ ਧੜਾ ਅਤੇ ਅੰਗਰੇਜ਼ ਅਫਸਰ ਹਿੰਦੁਸਤਾਨੀ ਗੱਦਾਰਾਂ ਨਾਲ ਰਲ ਕੇ ਭਾਈ ਭਾਗ ਸਿੰਘ ਭੀਖੀਵਿੰਡ ਨੂੰ ਕਤਲ ਕਰਨ ਦੀਆਂ ਵਿਉਂਤਾਂ ਬਣਾਉਣ ਲੱਗੇ। ਗੱਦਾਰ ਹਰਨਾਮ ਸਿੰਘ ਨੇ ਅੰਗਰੇਜ਼ ਸਰਕਾਰ ਦੀ ਸ਼ਹਿ ਵਿੱਚ ਬਹੁਤ ਅੱਤ ਚੁੱਕੀ ਹੋਈ ਸੀ। ਉਹ ਸਰਕਾਰੀ ਜਾਸੂਸਾਂ ਅਤੇ ਅੰਗਰੇਜ਼ਾਂ ਦੇ ਪਿੱਠੂ ਬਾਬੂ ਸਿੰਘ ਲਿੱਤਰਾਂ ਦਾ ਰੂਮਮੇਟ ਸੀ। ਇਸ ਨੂੰ ਸੌਦਾ ਲਾਉਣ ਦੀ ਜ਼ਿੰਮੇਵਾਰੀ ਭਾਈ ਜਗਤ ਸਿੰਘ ਨੂੰ ਸੌਂਪੀ ਗਈ। ਗਦਰੀ ਲੀਡਰਾਂ ਵੱਲੋਂ ਲਗਾਈ ਗਈ ਡਿਊਟੀ ਅਨੁਸਾਰ ਭਾਈ ਜਗਤ ਸਿੰਘ ਗੱਲਾਂ ਬਾਤਾਂ ਵਿੱਚ ਲਗਾ ਕੇ ਹਰਨਾਮ ਸਿੰਘ ਨੂੰ ਜੰਗਲ ਵਿੱਚ ਲੈ ਗਏ ਅਤੇ ਆਪਣੇ ਹੱਥਾਂ ਨਾਲ ਹੀ ਖਾਲੀ ਉਸ ਗੱਦਾਰ ਦੀ ਅਲਖ ਮੁਕਾ ਕੇ ਆ ਗਏ। ਪੁਲਿਸ ਨੇ ਉਸ ਦੇ ਕਮਰੇ ਵਿੱਚ ਨਾ ਹੋਣ 'ਤੇ ਸ਼ੱਕ ਹੋਇਆ ਤਾਂ ਖੋਜ ਪੜਤਾਲ ਕਰਨ 'ਤੇ ਉਸ ਦੀ ਲਾਸ਼ ਜੰਗਲ ਵਿੱਚੋਂ ਮਿਲੀ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਸਿਰਫ ਹੱਥਾਂ ਨਾਲ ਹੀ ਉਸ ਦੀ ਧੌਣ ਕਿਸੇ ਨੇ ਤੋੜ ਕੇ ਉਸ ਨੂੰ ਮਾਰ ਮੁਕਾਇਆ ਸੀ। ਉਸ ਤੋਂ ਅਗਲੇ ਦਿਨ ਹੀ ਭਾਈ ਜਗਤ ਸਿੰਘ ਨੇ ਵਿਕਟੋਰੀਆ ਦੀ ਬੰਦਰਗਾਹ ਤੋਂ ਕੈਨੇਡਾ ਮਾਰੂ ਜਹਾਜ਼ ਫੜਿਆ ਅਤੇ ਦੇਸ਼ ਵੱਲ ਨੂੰ ਰਵਾਨਾ ਹੋ ਗਏ। ਅੰਗਰੇਜ਼ ਸਰਕਾਰ ਨੇ ਭਾਵੇਂ ਗਦਰੀਆਂ ਦੇ ਦੇਸ਼ ਪੁੱਜਣ ਵਾਲੀਆਂ ਬੰਦਰਗਾਹਾਂ ਉੱਤੇ ਨਾਕੇ ਲਗਾਏ ਹੋਏ ਸਨ, ਪਰ ਭਾਈ ਜਗਤ ਸਿੰਘ ਅੰਗਰੇਜ਼ ਸਰਕਾਰ ਨੂੰ ਚਕਮਾ ਦੇ ਕੇ ਪੰਜਾਬ ਪਹੁੰਚਣ ਵਿੱਚ ਕਾਮਯਾਬ ਹੋ ਗਏ। ਗਦਰੀਆਂ ਨੂੰ ਆਸ ਸੀ ਕਿ ਇਸ ਹਥਿਆਰਬੰਦ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬ ਦੇ ਲੋਕ ਉਹਨਾਂ ਦਾ ਸਾਥ ਦੇਣਗੇ, ਪਰ ਦੇਸ਼ ਭਗਤ ਲੋਕ ਤਾਂ ਕੁੰਭਕਰਨੀ ਨੀਂਦ ਸੁੱਤੇ ਹੋਏ ਸਨ। ਇਸ ਦਾ ਇੱਕ ਮੁੱਖ ਕਾਰਨ ਸੀ ਕਿ ਉਹਨਾਂ ਲੋਕਾਂ ਵਿੱਚ ਸਿਆਸੀ ਚੇਤਨਾ ਦੀ ਕਮੀ ਸੀ। ਉਹ ਹੁਣ ਅੰਗਰੇਜ਼ ਸਰਕਾਰ ਨੂੰ ਹੀ ਆਪਣਾ ਮਾਈ ਬਾਪ ਸਮਝ ਰਹੇ ਸਨ। ਹਿੰਦੁਸਤਾਨ ਦੀ ਕੌਮੀ ਕਾਂਗਰਸ ਪਾਰਟੀ ਦਾ ਲੀਡਰ ਅਤੇ ਸ਼ਾਂਤੀ ਦਾ ਦੇਵਤਾ ਮਹਾਤਮਾ ਗਾਂਧੀ ਸੰਸਾਰ ਯੁੱਧ ਵਿੱਚ ਅੰਗਰੇਜ਼ਾਂ ਦਾ ਸਾਥ ਦੇ ਰਿਹਾ ਸੀ। ਇਹ ਹਿੰਸਾ ਦਾ ਝੂਠਾ ਦਿਖਾਵਾ ਕਰਨ ਵਾਲਾ ਗਾਂਧੀ ਹੀ ਭਾਰਤ ਦੇ ਲੋਕਾਂ ਨੂੰ ਅੰਗਰੇਜ਼ ਸਰਕਾਰ ਦਾ ਸੰਸਾਰ ਯੁੱਧ ਵਿੱਚ ਸਾਥ ਦੇਣ ਦੀ ਅਪੀਲ ਕਰ ਰਿਹਾ ਸੀ। ਭਾਰਤ ਦੀਆਂ ਕਿਤਾਬਾਂ ਵਿੱਚ ਇਸ ਹਿੰਸਾ ਦੇ ਝੂਠੇ ਪੁਜਾਰੀ ਨੂੰ ਇੱਕ ਹੀਰੋ ਦੇ ਰੂਪ ਵਜੋਂ ਦਿਖਾਇਆ ਗਿਆ ਹੈ ਕਿ ਜਦੋਂ ਕਿ ਸਾਡੇ ਅਸਲੀ ਹੀਰੋ ਗਦਰੀ ਬਾਬਿਆਂ ਬਾਰੇ ਇੱਕ ਲੇਖ ਤੱਕ ਨਹੀਂ ਹੈ। ਇਸ ਦਾ ਵੀ ਮੁੱਖ ਕਾਰਨ ਇਹ ਹੈ ਕਿ ਇੱਥੋਂ ਦੇ ਲੀਡਰ ਵੀ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਇਹਨਾਂ ਬਾਰੇ ਪਤਾ ਲੱਗੇ ਤਾਂ ਉਹ ਸਿਆਸੀ ਤੌਰ 'ਤੇ ਜਾਗਰੂਕ ਹੋਣ ਅਤੇ ਆਪਣੇ ਹੱਕਾਂ ਦੀ ਗੱਲ ਕਰਨ। ਖੈਰ, ਮਹਾਤਮਾ ਗਾਂਧੀ ਉਸ ਵੇਲੇ ਹਿੰਦੁਸਤਾਨ ਦੇ ਲੋਕਾਂ ਨੂੰ ਅੰਗਰੇਜ਼ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰ ਰਿਹਾ ਸੀ ਅਤੇ ਹਿੰਦੁਸਤਾਨ ਦੀ ਸੰਪੂਰਨ ਆਜ਼ਾਦੀ
ਮੰਗਣ ਵਾਲਿਆਂ ਨੂੰ ਗਲਤ ਦੱਸ ਰਿਹਾ ਸੀ। ਉਸ ਸਮੇਂ ਪੰਜਾਬ ਦੀ ਲੀਡਰਸ਼ਿਪ ਹਿੰਦੂ, ਮੁਸਲਮਾਨ ਅਤੇ ਸਿੱਖ ਰਈਸਾਂ ਦੇ ਹੱਥਾਂ ਵਿੱਚ ਸੀ। ਪਿੰਡਾਂ ਦੇ ਨੰਬਰਦਾਰ, ਜੈਲਦਾਰ, ਜਗੀਰਦਾਰ ਅਤੇ ਵੱਡੇ ਸਰਦਾਰ ਅੰਗਰੇਜ਼ਾਂ ਦੇ ਤਲਵੇ ਚੱਟ ਰਹੇ ਸੀ। ਉਹ ਮੁਰੱਬਿਆਂ ਦੇ ਲਾਲਚ ਵਿੱਚ ਗਦਰੀਆਂ ਨੂੰ ਗ੍ਰਿਫਤਾਰ ਕਰਵਾ ਰਹੇ ਸੀ। ਪੰਜਾਬ ਦੇ ਪੰਡਿਤ, ਮੁੱਲਾ ਅਤੇ ਸਿੱਖ ਆਗੂ ਆਪਣੇ ਗੁਰਦੁਆਰੇ, ਮੰਦਰ, ਮਸੀਤਾਂ ਵਿੱਚ ਅੰਗਰੇਜ਼ਾਂ ਦੀ ਭਗਤੀ ਦੇ ਅਤੇ ਅੰਗਰੇਜ਼ ਪ੍ਰਸਤੀ ਦੇ ਪਾਠ ਪੜ੍ਹਾ ਰਹੇ ਸਨ। ਇਹਨਾਂ ਸਾਰਿਆਂ ਦੇ ਗਦਰੀਆਂ ਦੇ ਵਿਰੁੱਧ ਹੋਣ 'ਤੇ ਵੀ ਗਦਰੀ ਬਾਬਿਆਂ ਨੇ ਹੌਸਲਾ ਨਾ ਹਾਰਿਆ, ਸਗੋਂ ਇਹਨਾਂ ਸਾਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਮੌਕੇ 'ਤੇ ਡਾਕਟਰ ਜਗਤਾਰ ਸਿੰਘ ਨੇ 2 ਸਤਰਾਂ ਇਸ ਪ੍ਰਕਾਰ ਲਿਖੀਆਂ: ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ। ਬਹੁਤੇ ਸਾਰੇ ਗਦਰੀ ਦੇਸ਼ ਪੁੱਜਦੇ ਸਾਰ ਹੀ ਗ੍ਰਿਫਤਾਰ ਕਰ ਲਏ ਗਏ ਅਤੇ ਕੁਝ ਕੁ ਨੂੰ ਇਹਨਾਂ ਲਾਲਚੀ ਦੇਸ਼ ਦੇ ਗੱਦਾਰਾਂ ਨੇ ਮੁਰੱਬਿਆਂ ਦੇ ਲਾਲਚ ਵਿੱਚ ਗ੍ਰਿਫਤਾਰ ਕਰਵਾ ਦਿੱਤਾ, ਜਿਸ ਨਾਲ ਇਹਨਾਂ ਦੀ ਬਣੀ ਬਣਾਈ ਸਾਰੀ ਜਥੇਬੰਦੀ ਦਾ ਢਾਂਚਾ ਟੁੱਟ ਗਿਆ। ਜਗਤ ਸਿੰਘ, ਸੁਰ ਸਿੰਘ ਵਰਗੇ ਬਚੇ ਲੀਡਰਾਂ ਨੂੰ ਨਵੇਂ ਸਿਰਿਓਂ ਜਥੇਬੰਦੀ ਖੜੀ ਕਰਨੀ ਪਈ। ਵਰਕਰਾਂ ਅਤੇ ਲੀਡਰਾਂ ਨੇ ਆਪਣੇ ਇਲਾਕਿਆਂ ਵਿੱਚ ਡਿਊਟੀਆਂ ਲਗਾ ਕੇ ਬਾਹਰੋਂ ਆਏ ਬੰਦਿਆਂ ਨੂੰ ਘਰੋਂ ਘਰੀ ਜਾ ਕੇ ਮਿਲਦੇ ਅਤੇ ਗਦਰੀ ਲਿਟਰੇਚਰ ਦਿੰਦੇ। ਸੁਰ ਸਿੰਘ ਪਿੰਡ ਦੇਸ਼ ਭਗਤਾਂ ਦਾ ਗੜ੍ਹ ਰਿਹਾ ਸੀ, ਜਿਸ ਕਰਕੇ ਭਾਈ ਜਗਤ ਸਿੰਘ, ਸੁਰ ਸਿੰਘ ਅਤੇ ਪ੍ਰੇਮ ਸਿੰਘ ਸੁਰ ਸਿੰਘ ਦੇ ਯਤਨਾਂ ਕਰਕੇ ਇਹ ਪਿੰਡ ਗਦਰੀਆਂ ਦਾ ਮੁੱਖ ਅਤੇ ਵੱਡਾ ਗੜ੍ਹ ਬਣ ਗਿਆ ਸੀ, ਜਿਨ੍ਹਾਂ ਵਿੱਚ ਕੇਸਰ ਸਿੰਘ, ਗੰਢਾ ਸਿੰਘ, ਬੁੱਢਾ ਸਿੰਘ, ਹਰਨਾਮ ਸਿੰਘ, ਮੰਗਲ ਸਿੰਘ, ਸਾਧੂ ਸਿੰਘ, ਗੁਰਦਿੱਤ ਸਿੰਘ, ਇੰਦਰ ਸਿੰਘ, ਜਵੰਦ ਸਿੰਘ, ਕਾਲਾ ਸਿੰਘ ਅਤੇ ਹਿੰਮਤ ਸਿੰਘ ਦੇ ਨਾਮ ਖਾਸ ਤੌਰ 'ਤੇ ਵਰਣਨਯੋਗ ਹਨ। ਸੁਰ ਸਿੰਘ ਪਿੰਡ ਦੇ ਇਹਨਾਂ ਗਦਰੀਆਂ ਦਾ ਇਲਾਕੇ ਦੇ ਦੂਰ ਪਿੰਡਾਂ ਵਿੱਚ ਵੀ ਅਸਰ ਸੀ। ਕੱਕੜਾਂ ਵਿਚਲਾ ਅੱਡਾ ਵੀ ਇਹਨਾਂ ਦੇ ਅਸਰ ਹੇਠ ਹੀ ਸੀ। ਅਕਤੂਬਰ ਦੇ ਦੂਜੇ ਹਫ਼ਤੇ ਵਿੱਚ ਫਿਰੋਜ਼ਪੁਰ ਲੁਧਿਆਣਾ ਰੇਲਵੇ ਟਰੈਕ 'ਤੇ ਪੈਂਦੇ ਪਿੰਡ ਚੌਂਕੀ ਮਾਨ ਵਿੱਚ ਹਥਿਆਰਾਂ ਦੀ ਬਿਲਟੀ ਆਉਣੀ ਸੀ ਅਤੇ ਇਹਨਾਂ ਗਦਰੀਆਂ ਨੇ ਹਥਿਆਰ ਲੁੱਟਣ ਦੀ ਵਿਉਂਤ ਬਣਾਈ ਅਤੇ ਜਦੋਂ ਸਟੇਸ਼ਨ 'ਤੇ ਪਹੁੰਚੇ ਤਾਂ ਸਟੇਸ਼ਨ ਮਾਸਟਰ ਨੇ ਮੁਖਬਰੀ ਕਰਕੇ ਗਦਰੀਆਂ ਦੇ ਆਉਣ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ। ਸਟੇਸ਼ਨ ਮਾਸਟਰ ਦਾ ਵੀ ਸੌਦਾ ਭਾਈ ਜਗਤ ਸਿੰਘ ਨੇ ਚੰਦਾ ਸਿੰਘ ਵੜੈਚ ਅਤੇ ਜੀਵਨ ਸਿੰਘ ਘੁਮਾਰਾ ਪਿੰਡ ਨੂੰ ਨਾਲ ਲੈ ਕੇ ਲਾਇਆ। ਇਹਨਾਂ ਨੇ 16 ਅਕਤੂਬਰ ਨੂੰ ਗੋਲੀ ਨਾਲ ਉਸ ਸਟੇਸ਼ਨ ਮਾਸਟਰ ਦੀ ਜੀਵਨ ਲੀਲਾ ਹੀ ਮੁਕਾ ਦਿੱਤੀ। ਦੂਜੇ ਪਾਸੇ ਹਿੰਦੁਸਤਾਨ ਦੀ ਫੌਜ ਦੀ ਹਾਲਤ ਇਹ ਸੀ ਕਿ ਉਹ ਉਹਨਾਂ ਜੰਗਾਂ ਵਿੱਚ ਹਿੱਸਾ ਲੈਣ ਲਈ ਮਿਸਰ, ਮਾਲਟਾ, ਈਸਟ ਅਫਰੀਕਾ, ਫਰਾਂਸ ਅਤੇ ਮੈਸੋਪੋਟਾਮੀਆ ਨੂੰ ਭੇਜਿਆ ਜਾ ਰਿਹਾ ਸੀ। ਪਹਿਲੇ 6 ਮਹੀਨਿਆਂ ਵਿੱਚ 80,000 ਗੋਰੇ ਅਫਸਰਾਂ ਸਮੇਤ 2,10,000 ਹਿੰਦੁਸਤਾਨੀ ਸਿਪਾਹੀ ਬਾਹਰ ਜੰਗੀ ਫਰੰਟਾਂ ਉੱਤੇ ਭੇਜੇ ਜਾ ਚੁੱਕੇ ਸਨ। ਉਸ ਸਮੇਂ ਕੁਝ ਹਿੰਦੁਸਤਾਨੀ ਫੌਜੀ ਬਾਹਰ ਜਾ ਕੇ ਅੰਗਰੇਜ਼ਾਂ ਲਈ ਲੜਨ ਨਾਲੋਂ ਆਪਣੇ ਦੇਸ਼ ਵਿੱਚ ਰਹਿ ਕੇ ਇਹਨਾਂ ਦੇ ਵਿਰੁੱਧ ਲੜਨ ਨੂੰ ਬਿਹਤਰ ਸਮਝਦੇ ਸਨ। ਇਹਨਾਂ ਵਿੱਚ 26ਵੀਂ ਪੰਜਾਬ ਰੈਜੀਮੈਂਟ ਸਿਪਾਹੀ ਅਤੇ 23ਵੀਂ ਰਸਾਲਿਆ ਜੋ ਕਿ ਮੀਆਂ ਮੀਰ ਛਾਉਣੀ ਵਿੱਚ ਤੈਨਾਤ ਸਨ, ਉਹਨਾਂ ਨੂੰ ਆਪਣੇ ਨਾਲ ਰਲਾ ਲਿਆ। ਇਹਨਾਂ ਦਾ ਪਲਾਨ ਸੀ ਕਿ ਸਿਪਾਹੀਆਂ ਨਾਲ ਰਲ ਕੇ ਛਾਉਣੀ ਦੇ ਅਸਲੇਖਾਨੇ ਉੱਤੇ ਕਬਜ਼ਾ ਕਰਕੇ ਹਥਿਆਰ ਲੁੱਟਣ ਦਾ ਸੀ। ਦੋਹਾਂ ਫੌਜੀ ਛਾਉਣੀਆਂ ਉੱਤੇ ਹਮਲੇ ਦੀ ਸਕੀਮ ਅਨੁਸਾਰ ਕੰਮ ਵੰਡ ਦਿੱਤਾ ਗਿਆ ਸੀ। ਫੈਸਲਾ ਇਹ ਹੋਇਆ ਕਿ ਬਿਆਸ ਤੋਂ ਉੱਪਰਲੇ ਜ਼ਿਲ੍ਹੇ ਅੰਮ੍ਰਿਤਸਰ ਅਤੇ ਲਾਹੌਰ ਦੇ ਗਦਰੀ ਮੀਆਂ ਮੀਰ ਛਾਉਣੀ ਅਤੇ ਦੁਆਬੇ ਅਤੇ ਮਾਲਵੇ ਦੇ ਗਦਰੀ ਫਿਰੋਜ਼ਪੁਰ ਛਾਉਣੀ ਦੇ ਹਮਲੇ ਦੀ ਤਿਆਰੀ ਕਰਨ ਅਤੇ ਇਹਨਾਂ ਸਾਰੀ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਕੇਂਦਰੀ ਕਮੇਟੀ ਸਥਾਪਿਤ ਕੀਤੀ। 26 ਨਵੰਬਰ 1914 ਦੀ ਰਾਤ ਮਿੱਥੀ ਗਈ ਹਮਲੇ ਲਈ। ਇਸ ਕੰਮ ਲਈ 50-60 ਦੇ ਕਰੀਬ ਗਦਰੀ ਇਕੱਠੇ ਹੋਏ, ਜਿਨ੍ਹਾਂ ਵਿੱਚ ਭਾਈ ਜਗਤ ਸਿੰਘ, ਸੁਰ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਇੰਦਰ ਸਿੰਘ, ਭਾਈ ਬੁੱਢਾ ਸਿੰਘ, ਭਾਈ ਗੰਢਾ ਸਿੰਘ, ਮੰਗਲ ਸਿੰਘ, ਕੇਸਰ ਸਿੰਘ ਅਤੇ ਭਾਈ ਸਾਧੂ ਸਿੰਘ ਝਾੜ ਸਾਹਿਬ ਇਕੱਠੇ ਹੋਏ। ਪਰ ਫਿਰ ਆਪਣੇ ਹਿੰਦੁਸਤਾਨੀ ਭਰਾਵਾਂ ਦੀ ਗੱਦਾਰੀ ਕਰਕੇ ਇਸ ਹਮਲੇ ਦੀ ਸਕੀਮ ਮੁਲਤਵੀ ਕਰਨੀ ਪਈ। ਭਾਈ ਜਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਦੂਜੇ ਗਦਰੀ ਲੀਡਰ ਵੀ ਪੰਜਾਬ ਵਿੱਚ ਗਦਰ ਅਖਬਾਰ ਵਰਗਾ ਕੋਈ ਦੂਸਰਾ ਅਖਬਾਰ ਸ਼ੁਰੂ ਕਰਨਾ ਚਾਹੁੰਦੇ ਸਨ। ਇਸ ਕੰਮ ਲਈ 19 ਨਵੰਬਰ 1914 ਨੂੰ ਬੱਦੋਵਾਲ ਮੁੱਲਾਪੁਰ ਵਿਖੇ ਹੋਈ ਮੀਟਿੰਗ ਵਿੱਚ ਭਾਈ ਜਗਤ ਸਿੰਘ ਨੇ ਆਪਣੀ ਜ਼ਮੀਨ ਗਹਿਣੇ ਧਰ ਕੇ ਪਾਰਟੀ ਨੂੰ ਪੈਸੇ ਦੇਣ ਦੀ ਪੇਸ਼ਕਸ਼ ਕੀਤੀ। ਹਿੰਦੁਸਤਾਨ ਵਿੱਚ ਗਦਰ ਮਚਾਉਣ ਲਈ ਗਦਰੀਆਂ ਨੂੰ ਹਥਿਆਰ ਅਤੇ ਪੈਸੇ ਦੇਣ ਦਾ ਭਰੋਸਾ ਦਿੱਤਾ ਗਿਆ, ਪਰ ਬਾਹਰੋਂ ਨਾ ਪੈਸੇ ਆਏ ਅਤੇ ਨਾ ਹੀ ਹਥਿਆਰ। ਪੈਸੇ ਦੀ ਘਾਟ ਬਹੁਤ ਜ਼ਿਆਦਾ ਸੀ, ਇਸ ਲਈ ਮੀਟਿੰਗਾਂ ਵਿੱਚ ਸਿਆਸੀ ਡਾਕੇ ਮਾਰਨ ਦਾ ਫੈਸਲਾ ਕੀਤਾ ਗਿਆ। ਸਭ ਤੋਂ ਪਹਿਲਾ ਡਾਕਾ 23 ਜਨਵਰੀ 1915 ਨੂੰ ਸਾਹਨੇਵਾਲ ਜ਼ਿਲ੍ਹਾ ਲੁਧਿਆਣੇ ਵਿੱਚ ਮਾਰਿਆ ਗਿਆ। ਦੂਸਰਾ ਡਾਕਾ 27 ਜਨਵਰੀ 1915 ਨੂੰ ਮਨਸੂਰਾ ਵਿੱਚ ਮਾਰਿਆ ਗਿਆ। ਇਹਨਾਂ ਦੋਹਾਂ ਡਾਕਿਆਂ ਵਿੱਚ ਭਾਈ ਜਗਤ ਸਿੰਘ ਸ਼ਾਮਿਲ ਸਨ। ਫਿਰ 2 ਫਰਵਰੀ 1915 ਦੀ ਰਾਤ ਨੂੰ ਅੰਮ੍ਰਿਤਸਰ ਨੇੜੇ ਚੱਬੇ ਪਿੰਡ ਵਿੱਚ ਛਾਪਾ ਮਾਰਿਆ ਗਿਆ।
ਅਤੇ ਇੱਥੇ ਗਦਰੀਆਂ ਨੂੰ ਬੰਬ ਅਤੇ ਪਿਸਤੌਲ ਵਰਤਣੇ ਪਏ। ਇਸ ਡਾਕੇ ਵਿੱਚ ਘਰ ਦਾ ਮਾਲਕ ਬੇਲੀ ਰਾਮ ਮਾਰਿਆ ਗਿਆ। ਇਸ ਡਾਕੇ ਵਿੱਚ ਜੋ ਵੀ ਪੈਸਾ ਹੋਇਆ ਉਹ ਅੰਮ੍ਰਿਤਸਰ ਵਿੱਚ ਗਦਰ ਪਾਰਟੀ ਦੇ ਹੈੱਡਕੁਆਰਟਰ ਭੇਜ ਦਿੱਤਾ ਗਿਆ। ਗਦਰੀਆਂ ਨੇ ਬੰਗਾਲ ਦੇ ਇਨਕਲਾਬੀਆਂ ਨਾਲ ਸੰਬੰਧ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਸਨ। ਬੰਗਾਲੀ ਇਨਕਲਾਬੀ ਸਚਿੰਦਰ ਨਾਥ ਨੇ ਪੰਜਾਬ ਆ ਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਪ੍ਰਸਿੱਧ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਨੂੰ ਜਨਵਰੀ 1915 ਦੇ ਅਖੀਰ ਵਿੱਚ ਪੰਜਾਬ ਆ ਕੇ ਗਦਰ ਪਾਰਟੀ ਦੀ ਕਮਾਂਡ ਸੰਭਾਲੀ ਗਈ। ਗਦਰ ਪਾਰਟੀ ਦੀਆਂ ਵੱਖ-ਵੱਖ ਰਿਪੋਰਟਾਂ ਦੇ ਆਧਾਰ 'ਤੇ 12 ਫਰਵਰੀ 1915 ਨੂੰ ਕੀਤਾ ਗਿਆ ਅਤੇ 21 ਫਰਵਰੀ ਨੂੰ ਗਦਰ ਮਚਾ ਦਿੱਤਾ ਜਾਵੇ। ਗਦਰ ਪਾਰਟੀ ਨੇ ਸਲਾਹ ਮਸ਼ਵਰਾ ਕਰਨ ਲਈ 14 ਫਰਵਰੀ 1915 ਨੂੰ ਲਾਹੌਰ ਮੋਚੀ ਗੇਟ 'ਤੇ ਇੱਕ ਮਕਾਨ ਕਿਰਾਏ 'ਤੇ ਲਿਆ, ਜਿਸ ਵਿੱਚ ਰਾਸ ਬਿਹਾਰੀ ਬਾਕੀ ਮੈਂਬਰਾਂ ਨਾਲ ਮੀਟਿੰਗ ਕਰਦਾ ਸੀ। ਇਸ ਦਿਨ ਜੋ ਮੀਟਿੰਗ ਹੋਈ ਉਸ ਵਿੱਚ ਜਗਤ ਸਿੰਘ ਸੁਰ ਸਿੰਘ, ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਨਿਧਾਨ ਸਿੰਘ ਚੁੱਗਾ, ਹਰਨਾਮ ਸਿੰਘ ਟੁੰਡੀਲਾਲ ਅਤੇ ਡਾਕਟਰ ਮਥੁਰਾ ਸਿੰਘ ਵਰਗੇ ਬਹੁਤ ਸਾਰੇ ਗਦਰੀ ਲੀਡਰ ਸ਼ਾਮਲ ਹੋਏ। ਇਸ ਵਾਰ ਆਪਣੀ ਡਿਊਟੀ ਅਨੁਸਾਰ ਭਾਈ ਜਗਤ ਸਿੰਘ ਆਪਣੇ ਪਿੰਡ ਤੋਂ ਬੰਦੇ ਲੈਣ ਲਈ 21 ਫਰਵਰੀ ਨੂੰ ਨਿਕਲੇ, ਪਰ ਇਸ ਵਾਰ ਇੱਕ ਮੁਖਬਰ ਕਿਰਪਾਲ ਸਿੰਘ ਵੱਲੋਂ ਲਾਲਚ ਵਿੱਚ ਆ ਕੇ ਗਦਰ ਦੇ ਭੇਦ ਖੋਲ੍ਹ ਦਿੱਤੇ ਅਤੇ ਇਸ ਦਾ ਪਤਾ ਸਰਕਾਰ ਨੂੰ ਵੀ ਲੱਗਾ। ਸਰਕਾਰ ਨੇ ਛਾਉਣੀਆਂ ਵਿੱਚ ਗਦਰੀਆਂ ਨੂੰ ਮਿਲੀਆਂ ਦੇਸੀ ਫੌਜਾਂ ਤੋਂ ਹਥਿਆਰ ਰਖਵਾ ਲਏ ਅਤੇ ਜਦੋਂ ਭਾਈ ਜਗਤ ਸਿੰਘ ਸੁਰ ਸਿੰਘ ਨੂੰ ਮਿੱਥੇ ਸਮੇਂ ਅਨੁਸਾਰ ਹਮਲੇ ਲਈ ਲਾਹੌਰ ਛਾਉਣੀ ਉੱਤੇ ਬਾਹਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਤਾਂ ਅੱਗੋਂ ਗੋਰਿਆਂ ਦੇ 23ਵੇਂ ਰਸਾਲੇ ਦੇ ਗੋਰੇ ਸਿਪਾਹੀਆਂ ਨੂੰ ਲਾਈਨਾਂ ਬੰਨ੍ਹੀ ਪਹਿਰੇ ਹੇਠ ਮੈਦਾਨ ਵਿੱਚ ਦੇਖਿਆ ਅਤੇ ਦੇਸੀ ਫੌਜੀਆਂ ਨੂੰ ਬੇਹਥਿਆਰੇ ਕਰਕੇ ਉਹਨਾਂ ਉੱਤੇ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਭੇਦ ਖੁੱਲ੍ਹ ਜਾਣ ਕਰਕੇ ਗਦਰ ਫੇਲ ਹੋ ਗਿਆ। ਗਦਰੀਆਂ ਦੀਆਂ ਗ੍ਰਿਫਤਾਰੀਆਂ ਹੋਣ ਲੱਗੀਆਂ। ਥੋੜ੍ਹੇ ਸਮੇਂ ਬਾਅਦ ਲਾਹੌਰ ਦੇ ਹੈੱਡਕੁਆਰਟਰ ਉੱਤੇ ਛਾਪਾ ਪਿਆ ਤਾਂ ਭਾਈ ਗੁਰਦਿੱਤ ਸਿੰਘ, ਜਵੰਦ ਸਿੰਘ ਅਤੇ ਕਾਲਾ ਸਿੰਘ ਪਕੜੇ ਗਏ, ਪਰ ਭਾਈ ਜਗਤ ਸਿੰਘ ਪੁਲਿਸ ਦੇ ਹੱਥ ਨਾ ਆਏ। ਕਰਤਾਰ ਸਿੰਘ ਸਰਾਭਾ ਅਤੇ ਹਰਨਾਮ ਸਿੰਘ ਟੁੰਡੀਲਾਟ ਵੀ ਬਚ ਨਿਕਲੇ ਅਤੇ ਬਾਅਦ ਵਿੱਚ ਲਾਹੌਰ ਤੋਂ ਗੱਡੀ ਫੜ ਕੇ ਇਹ ਤਿੰਨੇ ਲੈਲਪੁਰ ਪੁੱਜੇ। ਉੱਥੋਂ ਹਰਚੰਦ ਸਿੰਘ ਲੈਲਪੁਰ ਤੋਂ 100 ਰੁਪਏ ਲੈ ਕੇ ਸਰਹੱਦ ਲਾਗੇ ਮਿਚਨੀ ਪੁੱਜੇ ਤਾਂ ਕਰਤਾਰ ਸਿੰਘ ਸਰਾਭਾ ਗਦਰੀ ਕਵਿਤਾ ਬਣੀ ਸ਼ੇਰਾਂ ਸਿਰ 'ਤੇ ਕੀ ਜਾਣਾ ਭੱਜ ਕੇ ਗੁਣਗੁਣਾਉਣ ਲੱਗਾ ਤਾਂ ਇਹਨਾਂ ਤਿੰਨਾਂ ਨੇ ਵਾਪਸ ਮੁੜਨ ਅਤੇ ਲੜਾਈ ਜਾਰੀ ਰੱਖਣ ਦਾ ਫੈਸਲਾ ਕੀਤਾ। ਜਦੋਂ ਇਹ ਵਾਪਸ ਸਰਗੋਧੇ ਪਹੁੰਚੇ ਤਾਂ ਫੌਜੀ ਰਜਿੰਦਰ ਸਿੰਘ ਉਹਨਾਂ ਨੂੰ ਬੰਦੂਕਾਂ ਦੇਣ ਦਾ ਲਾਰਾ ਲਾਇਆ ਹੋਇਆ ਸੀ ਅਤੇ ਇਸ ਦੇ ਬਾਰੇ ਰਸਾਲਦਾਰ ਗੰਡਾ ਸਿੰਘ ਨੂੰ ਦੱਸਿਆ ਹੋਇਆ ਸੀ। ਇਹਨਾਂ ਦਿਨਾਂ ਵਿੱਚ ਹੀ ਭਾਈ ਜਗਤ ਸਿੰਘ ਨੇ ਉਹਨਾਂ ਕੋਲੋਂ ਬੰਦੂਕਾਂ ਲੈਣ ਆਉਣਾ ਹੈ। ਗੰਡਾ ਸਿੰਘ ਨੇ ਇਸ ਦੀ ਜਾਣਕਾਰੀ ਸਰਗੋਧੇ ਦੇ ਪੁਲਿਸ ਕਪਤਾਨ ਨੂੰ ਦਿੱਤੀ ਹੋਈ ਸੀ। ਗਦਰੀਆਂ ਦੇ ਆਉਣ ਦੀ ਖਬਰ ਮਿਲਣ 'ਤੇ ਗੰਡਾ ਸਿੰਘ ਨੇ ਪੁਲਿਸ ਮੰਗਵਾ ਲਈ ਅਤੇ ਮਕਾਨ ਨੂੰ ਘੇਰਾ ਪਾ ਲਿਆ। ਉਸ ਸਮੇਂ ਵਿਹੜੇ ਵਿੱਚ ਮੰਜੇ 'ਤੇ ਬੈਠਾ ਕਰਤਾਰ ਸਿੰਘ ਸਰਾਭਾ ਆਪਣੇ ਆਲੇ ਦੁਆਲੇ ਲੋਕਾਂ ਦੇ ਇਕੱਠ ਨੂੰ ਗਦਰ ਦੀ ਗੂੰਜ ਵਿੱਚੋਂ ਕਵਿਤਾਵਾਂ ਪੜ੍ਹ ਕੇ ਸੁਣਾ ਰਿਹਾ ਸੀ। ਪੁਲਿਸ ਨੇ ਇਹਨਾਂ ਤਿੰਨਾਂ ਗਦਰੀਆਂ ਨੂੰ ਗ੍ਰਿਫਤਾਰ ਕਰ ਲਿਆ। ਤਲਾਸ਼ੀ ਲੈਣ 'ਤੇ ਇਹਨਾਂ ਕੋਲੋਂ ਗਦਰ ਦੀ ਗੂੰਜ ਦੀ ਕਾਪੀ ਮਿਲੀ। ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਨ ਵਾਲੇ ਸਬ ਇੰਸਪੈਕਟਰ ਸਦਰ ਦੀਨ ਮੁਤਾਬਕ ਗ੍ਰਿਫਤਾਰੀ ਵੇਲੇ ਇਹਨਾਂ ਤਿੰਨਾਂ ਵੱਲੋਂ ਭਾਸ਼ਣ ਦੇਣਾ ਸ਼ੁਰੂ ਕਰ ਦਿੱਤਾ। ਉਸ ਦੇ ਇਕੱਠੇ ਹੋਏ ਲੋਕਾਂ ਨੂੰ ਸਾਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰ ਚੁੱਕਣੇ ਚਾਹੀਦੇ ਹਨ। ਜੰਗ ਦਾ ਸਮਾਂ ਹੋਣ ਕਰਕੇ ਸਰਕਾਰ ਫੌਜੀ ਭਰਤੀ ਦੇ ਗੜ੍ਹ ਵਾਲੇ ਸੂਬੇ ਪੰਜਾਬ ਵਿੱਚ ਸਿੱਖਾਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ। ਇਸ ਲਈ ਗਦਰ ਲਹਿਰ ਨੂੰ ਕੁਚਲਣ ਲੱਗਿਆਂ ਸਿੱਖਾਂ ਦੀ ਅੰਗਰੇਜ਼ਾਂ ਲਈ ਵਫਾਦਾਰੀ ਬਣਾਈ ਰੱਖਣ ਲਈ ਪੰਜਾਬ ਦੀ ਲੈਫਟੀਨੈਂਟ ਗਵਰਨਰ ਮਾਈਕਲ ਡਵਾਇਰ ਨੇ 27 ਜਨਵਰੀ 1915 ਨੂੰ ਗਵਰਨਮੈਂਟ ਹਾਊਸ ਲਾਹੌਰ ਵਿੱਚ ਮੀਟਿੰਗ ਸੱਦੀ। ਇਸ ਮੀਟਿੰਗ ਵਿੱਚ ਡਵਾਇਰ ਨੇ ਗਦਰ ਲਹਿਰ ਨੂੰ ਸਖਤੀ ਨਾਲ ਦਬਾਉਣ ਲਈ ਸਿੱਖ ਸਰਦਾਰਾਂ ਤੋਂ ਮਦਦ ਮੰਗੀ। ਸਿੱਖ ਸਰਦਾਰਾਂ ਨੇ ਇੱਕ ਦੂਜੇ ਤੋਂ ਅੱਗੇ ਹੋ ਕੇ ਡਵਾਇਰ ਨੂੰ ਭਰੋਸਾ ਦਿਵਾਇਆ ਕਿ ਉਹ ਅੰਗਰੇਜ਼ ਰਾਜ ਦੀ ਸੇਵਾ ਕਰਨ ਨੂੰ ਆਪਣੀ ਖੁਸ਼ਕਿਸਮਤੀ ਸਮਝਦੇ ਹਨ। ਗਦਰੀਆਂ ਨੂੰ ਪਕੜਾਉਣ ਅਤੇ ਉਹਨਾਂ ਨਾਲ ਨਿਪਟਣ ਲਈ ਸਿੱਖ ਸਰਦਾਰ ਡਵਾਇਰ ਤੋਂ ਜ਼ਿਆਦਾ ਸਖਤੀ ਕਰਨ ਦੇ ਹੱਕ ਵਿੱਚ ਸਨ। ਵਿਦੇਸ਼ਾਂ ਤੋਂ ਆਏ 3200 ਬੰਦਿਆਂ ਵਿੱਚੋਂ 200 ਬੰਦੇ ਜੇਲ੍ਹਾਂ ਵਿੱਚ ਅਤੇ 700 ਬੰਦੇ ਪਿੰਡਾਂ ਵਿੱਚ ਜੂਹਬੰਦ ਕੀਤੇ ਹੋਏ ਸਨ। ਸਿੱਖ ਸਰਦਾਰਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਕਿਹਾ ਕਿ ਇਹ ਸਾਰੇ ਦੇ ਸਾਰੇ 3200 ਬੰਦਿਆਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ। ਸਰਦਾਰ ਬਹਾਦਰ ਗੱਜਣ ਸਿੰਘ ਗਰੇਵਾਲ, ਜਿਹੜੇ ਕਿ ਪ੍ਰੋਵਿਸ਼ਨਲ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਸਨ, ਉਹਨਾਂ ਨੇ ਗਦਰੀਆਂ ਨਾਲ ਨਜਿੱਠਣ ਲਈ ਢਿੱਲ ਵਰਤਣ ਲਈ ਲੋਕਾਂ 'ਤੇ ਭੈੜਾ ਅਸਰ ਪਵੇਗਾ ਅਤੇ ਸਿੱਖ ਸਰਦਾਰਾਂ ਰਾਹੀਂ ਸਿੱਖਾਂ ਦੀ ਵਫਾਦਾਰੀ ਯਕੀਨੀ ਬਣਾ ਕੇ ਉਡਵਾਇਰ ਨੇ ਗਦਰੀਆਂ ਪ੍ਰਤੀ ਹੋਰ ਵੀ ਸਖਤੀ ਪਾਲਿਸੀ ਅਪਣਾਈ। ਗੱਜਣ ਸਿੰਘ ਦੀ ਦਲੀਲ ਵਰਤਦਿਆਂ ਉਡਵਾਇਰ ਨੇ ਵਾਪਸ ਗਏ ਅਤੇ ਲਾਰਡ ਹਾਰਡਿੰਗ ਕੋਲੋਂ ਡਿਫੈਂਸ ਆਫ ਇੰਡੀਆ ਐਕਟ ਪਾਸ ਕਰਵਾ ਲਿਆ।
ਗਦਰੀਆਂ ਨੂੰ ਕੁਚਲਣ ਲਈ ਡਵਾਇਰ ਕੋਲੇ ਹੁਣ ਤਾਨਾਸ਼ਾਹੀ ਸ਼ਕਤੀਆਂ ਸਨ। ਹੁਣ ਤੱਕ ਫੜੇ ਗਏ ਗਦਰੀਆਂ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਲਿਆਂਦਾ ਗਿਆ ਅਤੇ ਡਿਫੈਂਸ ਆਫ ਇੰਡੀਆ ਐਕਟ ਦੇ ਤਹਿਤ ਲਾਹੌਰ ਸੈਂਟਰ ਵਿੱਚ ਇਕੱਠੇ ਕੀਤੇ 82 ਗਦਰੀਆਂ ਉੱਤੇ ਮੁਕੱਦਮਾ ਚਲਾਇਆ ਗਿਆ। ਜਗਤ ਸਿੰਘ, ਸੁਰ ਸਿੰਘ ਸਮੇਤ 64 ਗਦਰੀ ਇਸ ਮੁਕੱਦਮੇ ਵਿੱਚ ਹਾਜ਼ਰ ਸਨ, ਜਦਕਿ 18 ਗਦਰੀ ਮਸਰੂਫ ਕਰਾਰ ਦਿੱਤੇ ਸਨ। ਮਫਰੂਰ ਕਰਾਰ ਦਿੱਤੇ ਗਏ ਗਦਰੀਆਂ ਵਿੱਚ ਵੈਨਕੂਵਰ ਤੋਂ ਗਏ ਜਵੰਦ ਸਿੰਘ ਨੰਗਲ ਕਲਾਂ, ਵੀਰ ਸਿੰਘ ਬਾਹੋਵਾਲ ਅਤੇ ਉੱਤਮ ਸਿੰਘ ਹਾਂਸ ਵੀ ਮੌਜੂਦ ਸਨ। ਲਾਹੌਰ ਸਾਜ਼ਿਸ਼ ਕੇਸ ਨਾਂ ਦਾ ਇਹ ਬਦਨਾਮ ਮੁਕੱਦਮਾ ਲਾਹੌਰ ਸੈਂਟਰਲ ਜੇਲ੍ਹ ਵਿੱਚ 26 ਅਪ੍ਰੈਲ 1915 ਤੋਂ 27 ਸਤੰਬਰ 1915 ਤੱਕ ਚੱਲਿਆ। ਇਸ ਮੁਕੱਦਮੇ ਲਈ ਸਪੈਸ਼ਲ ਬੰਦੋਬਸਤ ਕੀਤੇ ਗਏ ਸਨ। ਜੇਲ੍ਹ ਦੇ ਦਰਵਾਜ਼ੇ ਉੱਤੇ, ਜੇਲ੍ਹ ਦੇ ਅੰਦਰ ਅਤੇ ਵਿਹੜੇ ਵਿੱਚ ਛੱਤਾਂ ਉੱਤੇ ਪੁਲਿਸ ਦੇ ਸਪੈਸ਼ਲ ਗਾਰਡ ਬੰਦੂਕਾਂ ਤਾਣੀ ਖੜ੍ਹੇ ਸਨ। ਚਾਰੇ ਪਾਸੇ CID ਦੇ ਬੰਦੇ ਘੁੰਮ ਰਹੇ ਸਨ। ਕੋਈ ਵੀ ਬੰਦਾ ਅੰਦਰ ਜਾ ਕੇ ਮੁਕੱਦਮੇ ਦੀ ਕਾਰਵਾਈ ਨਹੀਂ ਵੇਖ ਸਕਦਾ ਸੀ ਅਤੇ ਜਿਨ੍ਹਾਂ ਉੱਤੇ ਮੁਕੱਦਮਾ ਚੱਲ ਰਿਹਾ ਸੀ ਅਤੇ ਉਹਨਾਂ ਦੇ ਰਿਸ਼ਤੇਦਾਰ ਵੀ ਨਹੀਂ ਜਾ ਸਕਦੇ ਸਨ। ਪ੍ਰੈਸ ਵਾਲੇ ਵੀ ਇਸ ਮੁਕੱਦਮੇ ਦੀ ਕੋਈ ਰਿਪੋਰਟ ਬਾਰੇ ਨਹੀਂ ਲਿਖ ਸਕਦੇ ਸਨ। ਜਿਹੜੀਆਂ ਵੀ ਰਿਪੋਰਟਾਂ ਅਖਬਾਰ ਵਿੱਚ ਛਪਦੀਆਂ ਸਨ ਉਹ ਸਰਕਾਰੀ ਰਿਪੋਰਟਾਂ ਹੀ ਹੁੰਦੀਆਂ ਸਨ। ਭਾਈ ਜਗਤ ਸਿੰਘ, ਸੁਰ ਸਿੰਘ ਉੱਤੇ ਇਹ ਦੋਸ਼ ਸੀ ਕਿ ਉਹਨਾਂ ਨੇ ਹਿੰਦੁਸਤਾਨ ਦੀ ਬਰਤਾਨਵੀ ਹਕੂਮਤ ਦਾ ਤਖਤਾ ਪਲਟਾ ਕੇ ਹਿੰਦੁਸਤਾਨ ਆਪਣੀ ਸਰਕਾਰ ਬਣਾਉਣ ਦੀ ਸਾਜ਼ਿਸ਼ ਘੜੀ ਹੈ ਅਤੇ ਇਸ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਲਈ ਡਾਕੇ ਮਾਰ ਕੇ ਪੈਸੇ ਅਤੇ ਹਥਿਆਰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਦਰੀ ਸਾਹਿਤ ਛਾਪਿਆ ਅਤੇ ਵੰਡਿਆ ਗਿਆ ਹੈ ਅਤੇ ਉਹਨਾਂ ਦੇ ਰਾਹ ਵਿੱਚ ਆਉਣ ਵਾਲੇ ਅਤੇ ਅੜਿੱਕਾ ਬਣਨ ਵਾਲੇ ਪੁਲਿਸੀਆਂ ਜਾਂ ਦੂਜੇ ਅੰਗਰੇਜ਼ ਅਫਸਰਾਂ ਦੇ ਕਤਲ, ਰੇਲਵੇ ਲਾਈਨਾਂ ਅਤੇ ਪੁਲਾਂ ਨੂੰ ਉਡਾਉਣ ਦੇ ਯਤਨ ਕੀਤੇ ਹਨ। ਮੁਕੱਦਮੇ ਦੀ ਸੁਣਵਾਈ ਸਰਕਾਰ ਵੱਲੋਂ ਨਾਮਜ਼ਦ ਕੀਤੇ ਗਏ 3 ਸਪੈਸ਼ਲ ਟ੍ਰਿਬਿਊਨਲ ਜੱਜਾਂ ਕੋਲ ਹੋ ਰਹੀ ਸੀ। ਹੁਣ ਟ੍ਰਿਬਿਊਨਲ ਦਾ ਆਖਰੀ ਫੈਸਲਾ ਹੀ ਆਖਰੀ ਫੈਸਲਾ ਹੋਣਾ ਸੀ। ਇਸ ਫੈਸਲੇ ਦੇ ਵਿਰੁੱਧ ਕਿਸੇ ਵੀ ਅਦਾਲਤ ਵਿੱਚ ਕਿਸੇ ਤਰੀਕੇ ਦੀ ਅਪੀਲ ਨਹੀਂ ਕੀਤੀ ਜਾ ਸਕਦੀ ਸੀ। ਕੋਈ ਵੀ ਅਥਾਰਟੀ ਕੋਲ ਕੋਈ ਵੀ ਕਾਨੂੰਨੀ ਅਧਿਕਾਰ ਨਹੀਂ ਸੀ ਕਿ ਉਹ ਟ੍ਰਿਬਿਊਨਲ ਵੱਲੋਂ ਦਿੱਤੇ ਗਏ ਫੈਸਲੇ ਦੀ ਮੁੜ ਜਾਂਚ ਕਰ ਸਕੇ ਜਾਂ ਉਹਨਾਂ ਦਾ ਕਾਨੂੰਨੀ ਪੱਖ ਬਾਰੇ, ਨਾ ਤੱਥਾਂ ਬਾਰੇ ਅਤੇ ਨਾ ਹੀ ਸਜ਼ਾ ਦੇ ਵਾਜਬ ਜਾਂ ਨਾ ਵਾਜਬ ਹੋਣ ਬਾਰੇ। ਸਿਰਫ ਵਾਇਸਰਾਏ ਲਾਰਡ ਹਾਰਡਿੰਗ ਕੋਲ ਟ੍ਰਿਬਿਊਨਲ ਦੇ ਫੈਸਲਿਆਂ ਵਿੱਚ ਦਖਲ ਅੰਦਾਜ਼ੀ ਕਰਨ ਜਾਂ ਅਪੀਲ ਸੁਣਨ ਦਾ ਹੱਕ ਸੀ। ਉਹ ਵੀ ਨਹੀਂ ਚਾਹੁੰਦਾ ਸੀ ਕਿ ਇਸ ਫੈਸਲੇ 'ਤੇ ਕੋਈ ਵੀ ਕਿੰਤੂ ਪਰੰਤੂ ਕਰੇ। ਉਹ ਬਸ ਇਹਨਾਂ ਗਦਰੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣਾ ਚਾਹੁੰਦਾ ਸੀ। ਟ੍ਰਿਬਿਊਨਲ ਦਾ ਆਖਰੀ ਫੈਸਲਾ ਆ ਗਿਆ ਸੀ, ਜਿਸ ਵਿੱਚ 14 ਗਦਰੀਆਂ ਨੂੰ ਫਾਂਸੀ ਦੀ ਸਜ਼ਾ ਅਤੇ 27 ਗਦਰੀਆਂ ਨੂੰ ਉਮਰ ਕੈਦ ਅਤੇ ਸਿਰਫ 6 ਗਦਰੀਆਂ ਨੂੰ ਉਮਰ ਕੈਦ ਤੋਂ ਘੱਟ ਸਜ਼ਾਵਾਂ ਹੋਈਆਂ। ਇਹਨਾਂ ਸਜ਼ਾਵਾਂ ਬਾਰੇ ਜਦੋਂ ਬਾਹਰ ਲੋਕਾਂ ਨੂੰ ਪਤਾ ਲੱਗਾ ਤਾਂ ਸਾਰੇ ਮੁਲਕ ਵਿੱਚ ਹੀ ਹਾਹਾਕਾਰ ਮਚ ਗਈ। ਉਹ ਗਦਰੀ ਸਨ ਜਿਨ੍ਹਾਂ ਨੇ ਹਿੰਦੁਸਤਾਨ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਅਪਰਾਧਿਕ ਗਤੀਵਿਧੀ ਨਹੀਂ ਕੀਤੀ, ਸਗੋਂ ਉਹਨਾਂ ਵਿੱਚੋਂ ਤਾਂ ਕਈ ਗਦਰੀ ਜਹਾਜ਼ ਵਿੱਚੋਂ ਬਾਹਰ ਨਿਕਲਦੇ ਸਾਰ ਹੀ ਅੰਗਰੇਜ਼ ਸਰਕਾਰ ਨੇ ਗ੍ਰਿਫਤਾਰ ਕਰ ਲਏ ਸੀ ਅਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣਾ ਜ਼ੁਲਮ ਦੀ ਇੰਤਹਾ ਸੀ। ਵਾਇਸਰਾਏ ਵੀ ਮਚ ਰਹੀ ਹਾਹਾਕਾਰ ਤੋਂ ਘਬਰਾ ਗਿਆ ਸੀ। ਮਾਈਕਲ ਡਵਾਇਰ ਨੂੰ ਦੱਸੇ ਬਿਨਾਂ ਉਹ ਲਾਹੌਰ ਪਹੁੰਚਿਆ। ਦਰਅਸਲ ਲਾਰਡ ਹਾਰਡਿੰਗ ਨੂੰ ਉਸਦੇ ਕਾਨੂੰਨੀ ਸਲਾਹਕਾਰਾਂ ਨੇ ਇਹ ਗੱਲ ਸਮਝਾਈ ਕਿ ਜਿਨ੍ਹਾਂ 24 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਅਸਲ ਵਿੱਚ ਉਹਨਾਂ ਵਿੱਚੋਂ ਸਿਰਫ 6 ਹੀ ਦੋਸ਼ੀ ਹਨ ਜਿਨ੍ਹਾਂ ਨੇ ਕਤਲ ਕੀਤੇ ਅਤੇ ਡਾਕੇ ਮਾਰੇ ਸਨ। ਬਾਕੀ ਸਭ ਨਿਰਦੋਸ਼ ਸਨ ਅਤੇ ਬਾਕੀ ਬੇਕਸੂਰਾਂ ਨੂੰ ਵੀ ਸਪੈਸ਼ਲ ਟ੍ਰਿਬਿਊਨਲ ਨੇ ਇੰਡੀਅਨ ਪੀਨਲ ਕੋਡ ਦੀ ਜਿਸ ਧਾਰਾ ਅਧੀਨ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੈ, ਅਸਲ ਵਿੱਚ ਉਸ ਧਾਰਾ ਅਧੀਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੀ ਨਹੀਂ ਜਾ ਸਕਦੀ ਸੀ। ਕਲਕੱਤੇ ਦੇ ਵਕੀਲਾਂ ਨੂੰ ਸਪੈਸ਼ਲ ਟ੍ਰਿਬਿਊਨਲ ਕੋਲੋਂ ਹੋਈ ਇਸ ਗਲਤੀ ਬਾਰੇ ਪਤਾ ਸੀ, ਇਸ ਲਈ ਲਾਰਡ ਵਾਇਸਰਾਏ ਨੂੰ ਝੁਕਣਾ ਪੈਣਾ ਸੀ, ਕਿਉਂਕਿ ਉਹ ਕਲਕੱਤੇ ਦੇ ਵਕੀਲ ਸਰਕਾਰ ਦੀ ਇਸ ਗਲਤੀ ਵਿਰੁੱਧ ਐਜੀਟੇਸ਼ਨ ਸ਼ੁਰੂ ਕਰਨ ਲਈ ਤਿਆਰ ਬੈਠੇ ਸਨ ਤਾਂ ਜੋ ਉਹ ਬਰਤਾਨਵੀ ਸਰਕਾਰ ਦੀ ਕਰੂਰਤਾ ਬਾਰੇ ਪੂਰੇ ਵਿਸ਼ਵ ਅੱਗੇ ਲਿਆ ਕੇ ਉਹਨਾਂ ਦਾ ਗੰਦਾ ਅਤੇ ਘਿਨਾਉਣਾ ਚਿਹਰਾ ਦਿਖਾ ਸਕੇ ਅਤੇ ਲੋਕਾਂ ਅੱਗੇ ਸੱਚ ਲਿਆ ਸਕੇ। ਲਾਰਡ ਵਾਇਸਰਾਏ ਹਾਰ ਮੰਨ ਕੇ ਮੌਕੇ ਸਿਰ ਇਸ ਮੁਕੱਦਮੇ ਦੇ ਫੈਸਲੇ ਵਿਰੁੱਧ ਦਖਲਅੰਦਾਜ਼ੀ ਕਰਕੇ ਉਹਨਾਂ 18 ਗਦਰੀਆਂ ਦੀ ਫਾਂਸੀ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ ਅਤੇ ਘਰ ਘਾਟ ਜ਼ਬਤੀ ਦੀ ਸਜ਼ਾ ਸੁਣਾਈ। ਪਰ ਭਾਈ ਜਗਤ ਸਿੰਘ, ਸੁਰ ਸਿੰਘ ਅਤੇ ਬਾਕੀ 5 ਗਦਰੀਆਂ ਦੀ ਸਜ਼ਾ ਬਰਕਰਾਰ ਹੀ ਰੱਖੀ। ਵੈਨਕੂਵਰ ਦੇ ਸੂਰਬੀਰ ਗਦਰੀ ਭਾਈ ਜਗਤ ਸਿੰਘ ਨੂੰ ਅਤੇ ਉਹਨਾਂ ਦੇ ਬਾਕੀ ਸਾਥੀਆਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਭੱਟੀ ਗਰਾਇਆ ਅਤੇ ਗਿੱਲਵਾਲੀ ਦੇ 3 ਗਦਰੀਆਂ ਬਖਸ਼ੀਸ਼ ਸਿੰਘ, ਸਰੈਣ ਸਿੰਘ ਛੋਟਾ ਅਤੇ ਸਰੈਣ ਸਿੰਘ ਵੱਡਾ ਸਮੇਤ 16 ਨਵੰਬਰ 1915 ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਫਾਂਸੀ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਜਗਤ ਸਿੰਘ ਹੋਰਾਂ ਦੀ ਸ਼ਹੀਦੀ ਤੋਂ ਕਈ ਸਾਲ ਬਾਅਦ ਭਾਈ ਭਗਤ ਸਿੰਘ ਨੇ ਉਹਨਾਂ ਬਾਰੇ ਲਿਖਿਆ ਹੈ ਕਿ ਉਹ ਹਨੇਰੀ ਵਾਂਗ ਇੱਕਦਮ ਕਿਤਿਓਂ ਆਏ ਅਤੇ ਅੱਗ ਭੜਕਾਈ ਸੁਪਨਿਆਂ ਦੀ ਅਤੇ ਸੁਪਨਿਆਂ ਵਿੱਚ ਪਈ ਰਣਚੰਡੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਬਗਾਵਤ ਦਾ ਯੱਗ ਰਚਿਆ ਅਤੇ
ਆਖਰ ਆਪ ਉਸ ਵਿੱਚ ਭਸਮ ਹੋ ਗਏ। ਉਹ ਕੀ ਸਨ, ਕਿਸ ਦੁਨੀਆ ਤੋਂ ਆਏ ਸਨ ਅਤੇ ਅਚਾਨਕ ਕਿੱਧਰ ਚਲੇ ਗਏ, ਅਸੀਂ ਕੁਝ ਵੀ ਨਾ ਜਾਣ ਸਕੇ। ਇੰਨੀ ਜੁਰਅਤ, ਇੰਨਾ ਆਤਮ ਵਿਸ਼ਵਾਸ, ਇੰਨਾ ਆਤਮ ਤਿਆਗ ਅਤੇ ਇੰਨੀ ਪ੍ਰਬਲ ਲਗਨ ਦੁਨੀਆ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲੀ ਅਤੇ ਬਹੁਤ ਹੀ ਘੱਟ ਦੇਖਣ ਨੂੰ ਮਿਲੇਗੀ। ਇਸ ਦੁਨੀਆ ਵਿੱਚ ਇਹਨਾਂ ਸੂਰਮਿਆਂ ਗਦਰੀ ਯੋਧਿਆਂ ਦੀ ਰਗ ਰਗ ਵਿੱਚ ਇਨਕਲਾਬ ਦਾ ਜਜ਼ਬਾ ਸਮਾਇਆ ਹੋਇਆ ਸੀ। ਦੋਸਤੋ, ਇੱਕ ਹੋਰ ਵੀ ਬਹੁਤ ਵਿਲੱਖਣ ਘਟਨਾ ਘਟੀ। ਜਦੋਂ ਇਹਨਾਂ ਗਦਰੀ ਯੋਧਿਆਂ ਨੂੰ ਪਤਾ ਲੱਗਾ ਕਿ ਸਾਨੂੰ ਫਾਂਸੀ ਦੀ ਸਜ਼ਾ ਮੁਕਰਰ ਹੋਈ ਹੈ ਤਾਂ ਇਹ 24 ਗਦਰੀ ਬਹੁਤ ਹੀ ਖੁਸ਼ ਹੋਏ। ਇੰਨਾ ਚਾਅ ਜੋਸ਼ ਜਿਵੇਂ ਕਿ ਫਾਂਸੀ ਨਹੀਂ ਸਗੋਂ ਵਿਆਹ ਮੁਕਰਰ ਹੋਇਆ ਹੋਵੇ। ਦੁਨੀਆ ਵਿੱਚ ਤਾਂ ਇਸ ਤਰ੍ਹਾਂ ਦੀ ਮਿਸਾਲ ਹੋਰ ਕਿਤੇ ਵੀ ਦੇਖਣ ਨੂੰ ਨਹੀਂ ਮਿਲੇਗੀ। ਚਾਹੇ ਪੂਰੇ ਵਿਸ਼ਵ ਦਾ ਇਤਿਹਾਸ ਫੋਲ ਕੇ ਵੇਖ ਲਵੋ ਕਿ ਫਾਂਸੀ ਦੇ ਤਖ਼ਤੇ 'ਤੇ ਝੂਲਣ ਵਾਲਿਆਂ ਨੇ ਫਾਂਸੀ ਤੋਂ ਪਹਿਲਾਂ ਇੰਨੀ ਜੋਸ਼ੀਲੀ ਕਵਿਤਾ ਲਿਖੀ ਹੋਵੇ। ਉਸ ਕਵਿਤਾ ਦੇ 13 ਬੰਦ ਲਿਖੇ ਗਏ ਸਨ ਅਤੇ ਸਾਡੇ ਇਤਿਹਾਸਕਾਰਾਂ ਨੇ ਉਸ ਮਹਾਨ ਕਵਿਤਾ ਨਾਲ ਛੇੜਛਾੜ ਕਰਦਿਆਂ ਉਸ ਦੇ ਕਈ ਮਹੱਤਵਪੂਰਨ ਬੰਦ ਗਾਇਬ ਹੀ ਕਰ ਦਿੱਤੇ। ਅਜਿਹੀ ਮਹਾਨ ਕਵਿਤਾ ਨੂੰ ਤਾਂ ਸਗੋਂ ਤਰਜਮਾ ਕਰਕੇ ਦੁਨੀਆ ਦੀ ਵੱਖ-ਵੱਖ ਭਾਸ਼ਾਵਾਂ ਵਿੱਚ ਛਪਾਉਣਾ ਚਾਹੀਦਾ ਸੀ ਤਾਂ ਜੋ ਸਾਡੇ ਮਹਾਨ ਯੋਧਿਆਂ ਦੀ ਬਹਾਦਰੀ ਬਾਰੇ ਪਤਾ ਲੱਗ ਸਕੇ ਕਿ ਉਹ ਕਿੰਨੇ ਵੱਡੇ ਦੇਸ਼ ਭਗਤ ਅਤੇ ਆਪਣੇ ਟੀਚੇ ਪ੍ਰਤੀ ਕਿੰਨੇ ਇਮਾਨਦਾਰ ਸਨ। ਪਰ ਅਫਸੋਸ, ਸਾਡੀਆਂ ਮਾੜੀਆਂ ਸਰਕਾਰਾਂ ਦੇ ਨਾ ਤਾਂ ਉਹ ਕਦੇ ਚਾਹੁੰਦੀਆਂ ਸਨ ਕਿ ਅਤੇ ਨਾ ਹੀ ਇਹ ਚਾਹੁਣਗੀਆਂ ਕਿ ਪੰਜਾਬੀਆਂ ਨੂੰ ਇਸ ਬਾਰੇ ਪਤਾ ਲੱਗ ਸਕੇ ਕਿ ਇਹਨਾਂ ਦੇ ਮਹਾਨ ਸ਼ਹੀਦਾਂ ਨੇ ਦੁਸ਼ਮਣ ਦੀ ਨਹੀਂ ਮੰਨੀ, ਸਗੋਂ ਮੁਸ਼ਕਲਾਂ ਅੱਗੇ ਪਰਬਤ ਬਣ ਕੇ ਖੜ੍ਹ ਜਾਂਦੇ ਸਨ ਅਤੇ ਹਰ ਮਾੜੀ ਤੋਂ ਮਾੜੀ ਸਥਿਤੀ ਵਿੱਚ ਵੀ ਚੜ੍ਹਦੀ ਕਲਾ ਦੇ ਗੀਤ ਗਾਉਂਦੇ ਅਤੇ ਬਣਾਉਂਦੇ ਗਏ। ਦੋਸਤੋ, ਸਾਡੇ ਇਹ ਮਹਾਨ ਯੋਧੇ ਸ਼ਹੀਦ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾਉਣਾ ਚਾਹੁੰਦੇ ਸਨ ਕਿ ਹਮੇਸ਼ਾ ਸੱਚ ਅਤੇ ਧਰਮ ਦਾ ਸਾਥ ਦੇਵੋ, ਚਾਹੇ ਉਸ ਲਈ ਆਪਣਾ ਆਪ ਕਿਉਂ ਨਾ ਵਾਰਨਾ ਪੈ ਜਾਵੇ। ਉਹਨਾਂ ਮਹਾਨ ਗਦਰੀਆਂ ਦੀ ਸੋਚ, ਜੁਰਅਤ, ਲਗਨ ਅਤੇ ਬਹਾਦਰੀ ਨੂੰ ਕੋਟ-ਕੋਟ ਪ੍ਰਣਾਮ। ਦੋਸਤੋ, ਉਹ ਕਵਿਤਾ ਜੋ ਜਗਤ ਸਿੰਘ, ਸੁਰ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਉਹਨਾਂ ਦੇ ਬਾਕੀ ਸਾਥੀਆਂ ਵੱਲੋਂ ਲਿਖੀ ਗਈ, ਉਸ ਮਹਾਨ ਕਵਿਤਾ ਦਾ ਇੱਕ ਬੰਦ ਜ਼ਰੂਰ ਸਾਂਝਾ ਕਰਨਾ ਚਾਹਾਂਗਾ। ਦੋਸਤੋ, ਉਸ ਦੇ ਬੋਲ ਇਸ ਪ੍ਰਕਾਰ ਹਨ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿੜੀ ਰਹੇਗੀ ਸਦਾ ਗੁਲਜ਼ਾਰ ਨਹੀਂ। ਸਦਾ ਕੂੜਦੀ ਰਹੇਗੀ ਨਾ ਜਾਰ ਸਾਜੀ, ਸਦਾ ਜਾਵਰਾਂ ਹੱਥ ਤਲਵਾਰ ਨਹੀਂ। ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਹੀਂ। ਹੋਈ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ। ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲਹਾ ਦਿਆਂਗੇ। ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ। ਥੋੜ੍ਹੇ ਦਿਨਾਂ ਤੱਕ ਬੇੜਾ ਪਾਰ ਹੋ ਸੀ, ਸਰੋਂ ਹੱਥਾਂ 'ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਫਾਂਸੀ, ਤੋਪ, ਬੰਦੂਕ ਤੇ ਤੀਰ ਵਰਸ਼ੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ। ਧਰਮ ਖਾਤਰ ਗੁਰਾਂ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਵਿੱਚੋਂ ਨਾ ਭੁਲਾ ਜਾਣਾ। ਜਿਸ ਰਸਤੇ ਲੱਗੇ ਹਾਂ ਜਾਣ, ਅਸੀਂ ਉਸੇ ਰਸਤੇ ਤੁਸੀਂ ਵੀ ਆ ਜਾਣਾ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਵਿੱਚੋਂ ਨਾ ਭੁਲਾ ਜਾਣਾ। ਇਹ ਕਵਿਤਾ ਗਦਰ ਲਹਿਰ ਦੇ ਅਖਬਾਰ ਕਿਰਤੀ ਦੇ ਅਗਸਤ 1926 ਦੇ ਅੰਕ ਵਿੱਚ ਪ੍ਰਕਾਸ਼ਿਤ ਹੋਈ ਸੀ। ਅਜਿਹੀ ਕਵਿਤਾ ਦੁਬਾਰਾ ਨਾ ਤਾਂ ਲਿਖੀ ਜਾ ਸਕਦੀ ਹੈ ਅਤੇ ਨਾ ਹੀ ਅਜਿਹੀ ਮਿਸਾਲ ਕਿਤੇ ਦੁਬਾਰਾ ਦੇਖੀ ਜਾ ਸਕੇਗੀ। ਮਹਾਨ ਸੀ ਸਾਡੇ ਗਦਰੀ ਯੋਧੇ, ਪਰ ਲਾਹਨਤ ਅੱਜ ਦੀਆਂ ਸਰਕਾਰਾਂ 'ਤੇ ਕਿ ਉਹਨਾਂ ਗਦਰੀ ਯੋਧਿਆਂ ਬਾਰੇ ਸਾਨੂੰ ਪੜ੍ਹਾਉਣਾ ਤਾਂ ਕੀ ਸੀ, ਸਾਡੀਆਂ ਸਿੱਖਿਅਕ ਕਿਤਾਬਾਂ ਵਿੱਚ ਛਾਪ ਕੇ ਸਗੋਂ ਅਸਲ ਕਵਿਤਾ ਨੂੰ ਹੀ ਖਤਮ ਕਰਨ ਦਾ ਯਤਨ ਕਰਦੀ ਰਹੀ, ਤਾਂ ਜੋ ਇਹ ਅਜੋਕੀ ਨੌਜਵਾਨ ਪੀੜ੍ਹੀ ਵੀ ਆਪਣੀ ਇਹਨਾਂ ਯੋਧਿਆਂ ਤੋਂ ਸੇਧ ਲੈ ਕੇ ਸਰਕਾਰ ਤੇ ਦੇਸ਼ ਵਿਰੋਧੀ ਅਤੇ ਮਨੁੱਖੀ ਅਧਿਕਾਰਾਂ ਦੀ ਘਾਣ ਕਰਦੇ ਹੁਕਮਾਂ ਵਿਰੁੱਧ ਡਟ ਕੇ ਉਹਨਾਂ ਨੂੰ ਸਵਾਲ ਪੁੱਛ ਸਕੇ। ਅਤੇ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣਾ ਫਰਜ਼ ਨਿਭਾ ਕੇ ਇਹਨਾਂ ਮਹਾਨ ਯੋਧਿਆਂ ਦੀ ਸਰਬਪੱਖੀ ਸੋਚ ਨੂੰ ਹਰ ਇੱਕ ਇਨਸਾਨ ਤੱਕ ਪਹੁੰਚਾ ਸਕੀਏ, ਤਾਂ ਕਿ ਸਾਡੇ ਗਦਰੀ ਯੋਧੇ ਕਿਸ ਤਰ੍ਹਾਂ ਹਮੇਸ਼ਾ ਮਨੁੱਖ ਦੀ ਬਰਾਬਰੀ ਦੀ ਗੱਲ ਕਰਦੇ ਸਨ। ਧੰਨਵਾਦ ਦੋਸਤੋ, ਫਿਰ ਮਿਲਾਂਗੇ।